Good morning, students. Today our topic is system software types. Last time ਅਸੀਂ system software ਦੀਆਂ types operating system and language translator ਜਿਹੜਾ ਹੈਗਾ ਵਾ ਪੜ੍ਹ ਚੁੱਕੇ ਹੈਗੇ। ਨੈਕਸਟ ਟਾਈਪ ਹੈਗੀ system utility software। ਹੁਣ ਦੇਖੋ ਯੂਟਿਲਿਟੀ ਸੋਫਟਵੇਅਰ ਕਿਹੜੇ ਸੋਫਟਵੇਅਰ ਹੈਗੇ ਜਿਹਨੂੰ ਅਸੀਂ ਕਹਿ ਸਕਦੇ ਯੂਟਿਲਿਟੀਜ਼ ਔਰ ਸਰਵਿਸ ਰੂਟੀਨਸ ਤੁਸੀਂ ਕਹਿ ਸਕਦੇ ਹੋ। ਠੀਕ ਹੈ, ਇਹ ਸਾਡੀ ਹੈਲਪ ਕਰਦੇ ਅੱਗੇ ਬਹੁਤ ਡਿਫਰੈਂਟ ਵੇਜ਼ ਦੇ ਨਾਲ ਸਾਡੀ ਹੈਲਪ ਕਰਦੇ ਅੱਗੇ। ਯੂਟਿਲਿਟੀ ਕੀ ਅਲਾਉ ਕਰਦਾ ਹੈਗਾ, ਇਹ ਸਾਨੂੰ ਕੰਪਿਊਟਰ 'ਤੇ ਡਿਫਰੈਂਟ ਜਿਹੜੀਆਂ ਟਾਸਕ ਹੈਗੀਆਂ ਆ ਉਹਨੂੰ ਸਮੂਥਲੀ ਜਿਹੜਾ ਹੈਗਾ ਵਾ ਵਰਕ ਕਰਨ ਲਈ ਸਾਡੀ ਹੈਲਪ ਕਰਦਾ ਹੈਗਾ। ਠੀਕ ਹੈ, ਔਰ ਅਸੀਂ ਇਹਦੇ ਲਈ ਯੂਟਿਲਿਟੀ ਪ੍ਰੋਗਰਾਮ ਰਿਲੇਟਿਡ ਟੂ ਦਾ ਆਪਰੇਟਿੰਗ ਸਿਸਟਮ ਸੱਚ ਐਸ ਸਕੈਨਡਿਸਕ ਇਨ ਦਾ ਵਿੰਡੋ ਆਪਰੇਟਿੰਗ ਸਿਸਟਮ। ਠੀਕ ਹੈ, ਤੁਸੀਂ ਵਿੰਡੋ ਆਪਰੇਟਿੰਗ ਸਿਸਟਮ ਨੂੰ ਵੀ ਤੁਸੀਂ ਇਹਦੀ ਹੈਲਪ ਦੇ ਨਾਲ ਜਿਹੜਾ ਹੈਗਾ ਬਿਲਡ ਕਰ ਸਕਦੇ ਜੇ ਔਰ ਸਕੈਨ ਕਰ ਸਕਦੇ ਜੇ। ਠੀਕ ਹੈ, ਜੋ ਵੀ ਇਹਦੇ ਵਿੱਚ ਪ੍ਰੋਬਲਮਸ ਹੈਗੀਆਂ ਤੁਸੀਂ ਇਹਨਾਂ ਨੂੰ ਰਿਮੂਵ ਕਰ ਸਕਦੇ ਜੇ। ਠੀਕ ਹੈ, ਔਰ ਯੂਟਿਲਿਟੀ ਸੋਫਟਵੇਅਰ ਜਿਵੇਂ ਫਾਈਲ ਮੈਨੇਜਮੈਂਟ ਪ੍ਰੋਗਰਾਮ, ਸਿਕਿਉਰਿਟੀ ਸੋਫਟਵੇਅਰ, ਡਿਸਕ ਐਂਡ ਫਾਈਲ ਰਿਕਵਰੀ ਪ੍ਰੋਗਰਾਮ, ਸਟੋਰੇਜ ਬੈਕਅਪ। ਠੀਕ ਹੈ, ਹਰ ਚੀਜ਼ ਜੋ ਸਾਡੇ ਸਿਸਟਮ ਨੂੰ ਆਪਰੇਟ ਕਰਦੀ ਹੈਗੀ ਹੈ, ਜੋ ਸਾਡੇ ਸਿਸਟਮ ਨੂੰ ਬੈਸਟ ਵੇ ਦੇ ਨਾਲ ਰਿਕਵਰ ਕਰਦੀ ਹੈਗੀ ਹੈ, ਜੋ ਉਹਦੇ ਵਿੱਚ ਵਾਇਰਸ ਨੂੰ ਰਿਮੂਵ ਕਰਦੀ ਹੈਗੀ ਹੈ। ਠੀਕ ਹੈ, ਔਰ ਸਾਡੇ ਜਿਹੜੀਆਂ ਫਾਈਲਸ ਹੈਗੀਆਂ ਉਹਨਾਂ ਨੂੰ ਕੀ ਹੈਗਾ ਇੱਕ ਸੀਕੁਐਂਸ ਦੇ ਵਿੱਚ ਡੀਫਰੈਗਮੈਂਟ ਕਰਦੀ ਹੈਗੀ। ਠੀਕ ਹੈ, ਸਾਰੇ ਕਿਹੜੇ ਸੋਫਟਵੇਅਰ ਹੈਗੇ ਯੂਟਿਲਿਟੀ। ਹੁਣ ਫਸਟ ਆਫ ਆਲ ਟੈਕਸਟ ਐਡੀਟਰ ਹੈ, ਬੈਕਅਪ ਯੂਟਿਲਿਟੀ ਹੈ, ਡਿਸਕ ਡੀਫਰੈਗਮੈਂਟਰ ਹੈ, ਐਂਟੀ ਵਾਇਰਸ ਹੈ ਐਂਡ ਕੰਪਰੈਸ਼ਨ ਯੂਟਿਲਿਟੀ ਐਂਡ ਫਾਈਲ ਮੈਨੇਜਰ ਹੈ। ਫਸਟ ਹੈਗਾ ਸਾਡੇ ਕੋਲ ਟੈਕਸਟ ਐਡੀਟਰ। ਹੁਣ ਇੱਕ ਟੈਕਸਟ ਐਡੀਟਰ ਜਿਹੜਾ ਯੂਟਿਲਿਟੀ ਸੋਫਟਵੇਅਰ ਹੈਗਾ ਸਾਡੇ ਲਈ ਸਾਨੂੰ ਕੀ ਫੈਸਿਲਿਟੀ ਪ੍ਰੋਵਾਈਡ ਕਰਦਾ ਹੈਗਾ, ਤੁਸੀਂ ਕੀ ਕਰ ਸਕਦੇ ਜੇ ਕ੍ਰੀਏਟ ਐਂਡ ਐਡਿਟ ਟੈਕਸਟ ਫਾਈਲ। ਤੁਸੀਂ ਕੋਈ ਵੀ ਫਾਈਲ ਜਿਹੜੀ ਹੈਗੀ ਇਹਨੂੰ ਕ੍ਰੀਏਟ ਕਰ ਸਕਦੇ ਜੇ, ਐਡਿਟ ਕਰ ਸਕਦੇ ਜੇ। ਠੀਕ ਹੈ, ਐਂਡ ਬਟ ਯੂ ਕੈਨ ਰਾਈਟ ਅ ਡਾਕੂਮੈਂਟ ਇਨ ਇੰਗਲਿਸ਼ ਲੈਂਗੁਏਜ ਬਾਈ ਯੂਜ਼ਿੰਗ ਟੈਕਸਟ ਐਡੀਟਰ। ਤੁਸੀਂ ਕੋਈ ਵੀ ਜਿਹੜਾ ਇਹਦੇ ਵਿੱਚ ਤੁਸੀਂ ਇੰਗਲਿਸ਼ ਲੈਂਗੁਏਜ ਦੇ ਵਿੱਚ ਤੁਸੀਂ ਕੋਈ ਵੀ ਜਿਹੜਾ ਹੈਗਾ ਵਾ ਡਾਕੂਮੈਂਟ ਰਾਈਟ ਕੀਤਾ ਹੈਗਾ, ਤੁਸੀਂ ਟੈਕਸਟ ਐਡੀਟਰ ਦੀ ਹੈਲਪ ਦੇ ਨਾਲ ਉਹਨੂੰ ਕੀ ਕਰ ਸਕਦੇ ਜੇ ਐਡਿਟ ਕਰ ਸਕਦੇ ਜੇ। ਉਹਦੇ ਵਿੱਚ ਕੋਈ ਵੀ ਜਿਹੜਾ ਨਿਊ ਡਾਟਾ ਐਡ ਕਰਨਾ ਹੈਗਾ, ਕੋਈ ਡਾਟਾ ਰਿਮੂਵ ਕਰਨਾ ਹੈਗਾ ਤਾਂ ਤੁਸੀਂ ਇਹਦੀ ਹੈਲਪ ਦੇ ਨਾਲ ਕਰ ਸਕਦੇ। ਠੀਕ ਹੈ, ਹੋਰ ਸਾਨੂੰ ਕੀ ਫੈਸਿਲਿਟੀ ਪ੍ਰੋਵਾਈਡ ਕਰਦਾ, ਯੂ ਟੂ ਸੀ ਦਾ ਰਿਟਨ ਪ੍ਰੋਗਰਾਮ ਔਰ ਡਾਕੂਮੈਂਟ ਔਨ ਦਾ ਡਿਸਕ। ਤੁਸੀਂ ਡਿਸਕ 'ਤੇ ਜਿਹੜਾ ਹੈਗਾ ਵਾ ਕੋਈ ਵੀ ਪ੍ਰੋਗਰਾਮ ਉਹਨੂੰ ਰਾਈਟ ਕਰ ਸਕਦੇ ਜੇ ਔਰ ਉਹ ਡਾਕੂਮੈਂਟ ਨੂੰ ਡਿਸਕ 'ਤੇ ਦੇਖ ਸਕਦੇ ਜੇ। ਠੀਕ ਹੈ, ਟੈਕਸਟ ਐਡੀਟਰ ਪ੍ਰੋਗਰਾਮ ਡਜ਼ ਨਾਟ ਇੰਟਰਪ੍ਰੀਟ ਦਾ meaning of text. Text editor program support social command for text editing include insertion, deletion, text find and replace require character within document. ਠੀਕ ਹੈ, ਇਹਦੀ ਹੈਲਪ ਦੇ ਨਾਲ ਤੁਸੀਂ ਕੀ ਕਰ ਸਕਦੇ ਹੋ, ਕੋਈ ਫਾਈਲ ਨੂੰ ਇਨਸਰਟ ਕਰਨੀ ਹੈ, ਕੋਈ ਡਿਲੀਟ ਕਰਨਾ ਹੈ ਟੈਕਸਟ। ਠੀਕ ਹੈ, ਐਂਡ ਕੋਈ ਟੈਕਸਟ ਜਿਹੜਾ ਹੈਗਾ ਵਾ ਫਾਈਂਡ, ਤੁਸੀਂ ਇਹ ਟੈਕਸਟ ਨੂੰ ਫਾਈਂਡ ਕਰਕੇ ਉਹਨੂੰ ਰਿਪਲੇਸ ਕਰਨਾ, ਉਹਦੀ ਅੱਗੇ ਕੋਈ ਹੋਰ ਵਰਡ ਰਿਪਲੇਸ ਕਰਨਾ ਹੈ ਤੁਸੀਂ ਇਹਦੀ ਹੈਲਪ ਦੇ ਨਾਲ ਕਰ ਸਕਦੇ ਜੇ। ਠੀਕ ਹੈ, ਇਹਦੇ ਲਈ ਸਾਨੂੰ ਐਡਿਟ ਐਂਡ ਐਂਡ ਇਨ MS DOS, ਨੋਟਪੈਡ ਇਨ MS ਵਿੰਡੋ, UNIX ਆਰ ਮੋਸਟ ਫ੍ਰੀਕੁਐਂਟਲੀ ਯੂਜ਼ਡ ਟੈਕਸਟ ਐਡੀਟਰ। ਜਿਹੜੇ ਇਹ ਵਾਲੇ ਹੈਗੇ ਆ ਸੋਫਟਵੇਅਰ ਟੈਕਸਟ ਐਡੀਟਰ ਜਿਹੜਾ ਹੈਗਾ ਇਹਦੇ ਲਈ ਇਹ ਵਾਲੀਆਂ ਕਮਾਂਡਸ ਜਿਹੜੀਆਂ ਹੈਗੀਆਂ ਬਹੁਤ ਸਿਊਟੇਬਲ ਹੈ। ਠੀਕ ਹੈ, ਨੈਕਸਟ ਹੈਗਾ ਸਾਡੇ ਕੋਲ ਬੈਕਅਪ ਯੂਟਿਲਿਟੀ। ਹੁਣ ਇੱਕ ਬੈਕਅਪ ਯੂਟਿਲਿਟੀ ਸਾਨੂੰ ਕੀ ਫੈਸਿਲਿਟੀ ਪ੍ਰੋਵਾਈਡ ਕਰਦਾ, ਟਰਾਂਸਫਰ ਆਫ ਡਾਟਾ ਫਰੋਮ ਵਨ ਸਟੋਰੇਜ ਡਿਵਾਈਸ ਟੂ ਐਨਅਦਰ। ਤੁਸੀਂ ਇਹਦੀ ਹੈਲਪ ਦੇ ਨਾਲ ਜਿਹੜਾ ਡਾਟਾ ਵਾ ਇੱਕ ਡਿਵਾਈਸ ਤੋਂ ਦੂਜੀ ਡਿਵਾਈਸ ਦੇ ਵਿੱਚ ਟਰਾਂਸਫਰ ਕਰ ਸਕਦੇ ਜੇ ਐਂਡ ਯੂਜ਼ ਟੂ ਟੇਕ ਦਾ ਬੈਕਅਪ ਆਫ ਡਾਟਾ ਫਰੋਮ ਡਿਸਕ ਟੂ ਮੈਗਨੈਟਿਕ ਟੇਪ। ਠੀਕ ਹੈ, ਤੁਸੀਂ ਕੋਈ ਵੀ ਡਾਟਾ ਹੈਗਾ ਵਾ ਕਿਸੇ ਵੀ ਹੈਲਪ ਦੇ ਨਾਲ ਦੂਜੀ ਡਿਸਕ ਦੇ ਵਿੱਚ ਜਾ ਕੇ ਸਟੋਰ ਕਰ ਸਕਦੇ ਜੇ। ਬੈਕਅਪ ਮੀਨ ਕੀ ਹੈਗਾ, ਡੁਪਲੀਕੇਟਿੰਗ ਦਾ ਡਿਸਕ ਇਨਫੋਰਮੇਸ਼ਨ। ਤੁਹਾਡੀ ਡਿਸਕ ਦੀ ਜੋ ਡੁਪਲੀਕੇਟ ਹੁੰਦੀ ਹੈ ਮੀਨਸ ਕਿ ਤੁਸੀਂ ਕੋਈ ਕੰਪਿਊਟਰ 'ਚ ਡਾਟਾ ਸਟੋਰ ਕਰਦੇ ਜੇ ਉਹਨੂੰ ਤੁਸੀਂ ਮੈਗਨੈਟਿਕ ਟੇਪ ਮੈਗਨੈਟਿਕ ਡਿਸਕ ਦੇ ਵਿੱਚ ਜੋ ਸਟੋਰ ਕਰ ਲੈਂਦੇ ਸੀ ਉਹਨੂੰ ਬੋਲਦੇ ਹੈਗੇ ਆ ਬੈਕਅਪ। ਠੀਕ ਹੈ, ਇਨ ਕੇਸ ਤੁਹਾਡਾ ਕੰਪਿਊਟਰ ਜਿਹੜਾ ਹੈਗਾ ਉਹ ਡੈਮੇਜ ਹੋ ਜਾਂਦਾ, ਤੁਹਾਡਾ ਡਾਟਾ ਜਿਹੜਾ ਲੋਸ ਹੋ ਜਾਂਦਾ ਹੈਗਾ, ਤੁਸੀਂ ਬੈਕਅਪ ਦੀ ਹੈਲਪ ਦੇ ਨਾਲ ਉਹ ਡਾਟਾ ਨੂੰ ਦੁਬਾਰਾ ਯੂਜ਼ ਕਰ ਸਕਦੇ ਜੀ। ਠੀਕ ਹੈ, ਬੈਕਅਪ ਡਾਟਾ ਕੈਨ ਬੀ ਰੀਸਟੋਰਡ ਬਾਈ ਯੂਜ਼ਿੰਗ ਦਾ ਸੇਮ ਯੂਟਿਲਿਟੀ। ਠੀਕ ਹੈ, ਤੁਸੀਂ ਡਾਟਾ ਜਿਹੜਾ ਉਹਨੂੰ ਬਾਈ ਚਾਂਸ ਇਨ ਕੇਸ ਤੁਹਾਡਾ ਡਾਟਾ ਜਿਹੜਾ ਹੈਗਾ ਵਾ ਉਹ ਲੋਸਟ ਹੋ ਜਾਂਦਾ ਹੈਗਾ ਤਾਂ ਤੁਸੀਂ ਉਹਨੂੰ ਕੀ ਕਰਦੇ ਜੀ ਯੂਟਿਲਿਟੀ ਸੋਫਟਵੇਅਰ ਦੀ ਹੈਲਪ ਦੇ ਨਾਲ ਦੁਬਾਰਾ ਡਾਟਾ ਨੂੰ ਤੁਸੀਂ ਰੀਸਟੋਰ ਕਰ ਸਕਦੇ ਜੀ। ਠੀਕ ਹੈ, ਔਰ ਨੈਕਸਟ ਹੈਗਾ ਸਾਡੇ ਕੋਲ ਡਿਸਕ ਡੀਫਰੈਗਮੈਂਟਰ। ਹੁਣ ਦੇਖੋ ਡਿਸਕ ਡੀਫਰੈਗਮੈਂਟਰ ਕੀ ਹੈਗਾ, ਡਾਟਾ ਪ੍ਰੋਗਰਾਮ ਐਂਡ ਇਨਫੋਰਮੇਸ਼ਨ ਡਿਸਕ ਆ ਸਟੋਰ ਅੰਡਰ ਫਾਈਲ ਨੇਮ। ਤੁਸੀਂ ਕੋਈ ਵੀ ਡਾਟਾ ਜਿਹੜਾ ਇੱਕ ਫਾਈਲ 'ਤੇ ਤੁਸੀਂ ਕੰਪਿਊਟਰ ਵਿੱਚ ਸਟੋਰ ਕਰਦੇ ਜੇ। ਠੀਕ ਹੈ, ਫਾਈਲ ਇਜ਼ ਫਰੈਗਮੈਂਟਡ ਵੈਨ ਇਟ ਇਜ਼ ਸਾਈਜ਼ ਬਿਕਮ ਟੂ ਲਾਰਜ। ਹੁਣ ਤੁਹਾਡੀ ਜੋ ਸਾਈਜ਼ ਫਾਈਲ ਹੈਗੀ ਹੈ ਜਿਹੜੀ ਤੁਸੀਂ ਫਾਈਲ ਕੰਪਿਊਟਰ 'ਚ ਸਟੋਰ ਕਰਨ ਜਾ ਰਹੇ ਹੈਗੇ ਉਹਦਾ ਸਾਈਜ਼ ਕੀ ਹੈਗਾ ਬਹੁਤ ਜ਼ਿਆਦਾ ਵੱਡਾ ਹੈਗਾ ਹੈ ਅਤੇ ਤੁਸੀਂ ਕੀ ਬਿਕੋਜ਼ ਇਟ ਇਜ਼ ਕੰਟੈਂਟ ਕੈਨ ਨਾਟ ਬੀ ਸਟੋਰਡ ਇਨ ਸਿੰਗਲ ਲੋਕੇਸ਼ਨ। ਅਤੇ ਤੁਹਾਡਾ ਕੰਟੈਂਟ ਜਿਹੜਾ ਹੈਗਾ ਸਿੰਗਲ ਲੋਕੇਸ਼ਨ 'ਤੇ ਸਟੋਰ ਹੀ ਨਹੀਂ ਹੋ ਪਾ ਰਿਹਾ, ਸਿੰਗਲ ਡਿਸਕ 'ਤੇ ਸਟੋਰ ਨਹੀਂ ਹੋ ਪਾ ਰਿਹਾ। ਅਤੇ ਤੁਸੀਂ ਕੀ ਕਰਨਾ, ਕੰਟੈਂਟ ਆਫ ਫਾਈਲ ਸਟੋਰ ਇਨ ਸਕੈਟਰਡ ਮੈਨਰ ਐਂਡ ਅਸੈਸਿੰਗ ਆਫ ਫਾਈਲ ਬਿਕਮ ਸਲੋ। ਜਦੋਂ ਤੁਸੀਂ ਕੀ ਹੈਗਾ ਵਾ ਡਾਟਾ ਨੂੰ ਸਟੋਰ ਕਰਦੇ ਜੇ ਡਿਸਕ ਦੇ ਉੱਪਰ। ਠੀਕ ਹੈ, ਡਿਸਕ ਜਿਹੜਾ ਛੋਟੇ ਛੋਟੇ ਪਾਰਟਸ ਵਿੱਚ ਡਿਵਾਈਡ ਹੋਈ ਜਾਂਦਾ ਹੈ, ਤੁਹਾਡਾ ਡਾਟਾ ਜਿਹੜਾ ਹੈਗਾ ਵਾ ਉਹ ਸਲੋ ਸਪੀਡ ਦੇ ਨਾਲ ਕੰਪਿਊਟਰ ਵਿੱਚ ਸਟੋਰ ਹੁੰਦਾ ਹੈ।
ਕੌਨਸੀਕੁਐਂਸ਼ਲੀ ਦਾ ਅਸੈਸ ਟਾਈਮ ਇਨਕਰੀਜ਼ ਐਂਡ ਸਿਸਟਮ ਪਰਫੋਰਮ, ਇਹਦੇ ਨਾਲ ਕੀ ਹੁੰਦਾ ਤੁਹਾਡੇ ਸਿਸਟਮ ਦੀ ਜਿਹੜੀ ਪਰਫੋਰਮੈਂਸ ਜਿਹੜਾ ਟਾਈਮ ਉਹ ਜ਼ਿਆਦਾ ਲੱਗਦਾ ਹੈਗਾ ਔਰ ਜਿਹੜੀ ਉਹਦੀ ਪਰਫੋਰਮੈਂਸ ਹੈ ਜਿਹੜੀ ਉਹ ਸਲੋ ਹੁੰਦੀ ਜਾਂਦੀ ਹੈਗੀ ਹੈ। ਅਤੇ ਤੁਸੀਂ ਇਹ ਸਾਰੀਆਂ ਚੀਜ਼ਾਂ ਨੂੰ ਰਿਮੂਵ ਕਰਨ ਲਈ ਤੁਸੀਂ ਕੀ ਯੂਜ਼ ਕਰੋਗੇ, ਡਿਸਕ ਡੀਫਰੈਗਮੈਂਟਰ। ਹੁਣ ਡਿਸਕ ਡੀਫਰੈਗਮੈਂਟਰ ਤੁਹਾਡੀ ਕੀ ਹੈਲਪ ਕਰਦਾ ਹੈ, ਇੱਕ ਯੂਟਿਲਿਟੀ ਸੋਫਟਵੇਅਰ ਹੈਗਾ ਜੋ ਕੀ ਕਰਦਾ ਹੈਗਾ ਮਿਨੀਮਾਈਜ਼ ਕਰਦਾ ਹੈਗਾ ਫਰੈਗਮੈਂਟੇਸ਼ਨ ਨੂੰ। ਠੀਕ ਹੈ, ਡੀਫਰੈਗਮੈਂਟੇਸ਼ਨ ਕਿਹਨੂੰ ਮਿਨੀਮਾਈਜ਼ ਕਰਦਾ ਹੈਗਾ, ਫਰੈਗਮੈਂਟੇਸ਼ਨ ਨੂੰ। ਫਰੈਗਮੈਂਟੇਸ਼ਨ ਮੀਨਸ ਕਿ ਤੁਹਾਡਾ ਡਾਟਾ ਜਿਹੜਾ ਹੈਗਾ ਛੋਟੀਆਂ ਛੋਟੀਆਂ ਫਾਈਲਸ ਵਿੱਚ ਕੰਪਿਊਟਰ 'ਚ ਸਟੋਰ ਹੋਈ ਜਾ ਰਿਹਾ, ਜ਼ਿਆਦਾ ਟਾਈਮ ਲੈ ਰਿਹਾ ਹੈਗਾ। ਠੀਕ ਹੈ, ਸਿਸਟਮ ਦੀ ਜਿਹੜੀ ਪਰਫੋਰਮੈਂਸ ਉਹ ਸਲੋ ਡਾਊਨ ਹੁੰਦੀ ਜਾ ਰਹੀ ਹੈ। ਠੀਕ ਹੈ, ਉਹਨੂੰ ਰਿਮੂਵ ਕਰਨ ਲਈ ਅਸੀਂ ਡੀਫਰੈਗਮੈਂਟਰ ਯੂਜ਼ ਕਰਦੇ ਹਾਂ। ਡੀਫਰੈਗਮੈਂਟਰ ਕੀ ਕਰਦਾ ਹੈਗਾ, ਤੁਹਾਡੀ ਜਿਹੜਾ ਹਰ ਕੰਟੈਂਟ ਹੈਗਾ ਉਹਨੂੰ ਰੀਅਰੇਂਜ ਕਰ ਦਿੰਦਾ ਹੈਗਾ, ਇੱਕ ਕੰਟੀਨਿਊਸ ਜਿਹੜਾ ਬਲੌਕ ਹੈਗਾ ਉਹਦੇ 'ਚ ਸਟੋਰ ਕਰ ਦਿੰਦਾ ਹੈਗਾ। ਕੌਨਸੀਕੁਐਂਸ਼ਲੀ ਦਾ ਅਸੈਸਿੰਗ ਫਾਈਲ ਬਿਕਮ ਫਾਸਟਰ ਐਂਡ ਦਾ ਸਿਸਟਮ ਪਰਫੋਰਮ ਇਨਕਰੀਜ਼। ਇਹਦੇ ਨਾਲ ਤੁਹਾਡੇ ਸਿਸਟਮ ਦੀ ਜਿਹੜੀ ਪਰਫੋਰਮੈਂਸ ਹੈ ਉਹ ਵੀ ਇਨਕਰੀਜ਼ ਹੋ ਰਹੀ ਹੈ, ਤੁਸੀਂ ਈਜ਼ੀਲੀ ਜਿਹੜੀਆਂ ਫਾਈਲਸ ਉਹਨਾਂ ਨੂੰ ਅਸੈਸ ਕਰ ਸਕਦੇ ਜੀ। ਠੀਕ ਹੈ, ਨੈਕਸਟ ਹੈਗਾ ਸਾਡੇ ਕੋਲ ਐਂਟੀ ਵਾਇਰਸ। ਹੁਣ ਇਹ ਕੋਈ ਐਂਟੀ ਵਾਇਰਸ ਸੋਫਟਵੇਅਰ ਕਿਹੜਾ ਸੋਫਟਵੇਅਰ ਹੈਗਾ, ਇਹ ਵੀ ਯੂਟਿਲਿਟੀ ਪ੍ਰੋਗਰਾਮ ਹੈਗਾ। ਇਹ ਕੀ ਕਰਦਾ ਹੈਗਾ, ਪ੍ਰੋਟੈਕਟ ਯੂਅਰ ਸਿਸਟਮ ਫਰੋਮ ਵਾਇਰਸ ਅਟੈਕ। ਠੀਕ ਹੈ, ਮਤਲਬ ਜੋ ਤੁਹਾਡੇ ਕੰਪਿਊਟਰ 'ਚ ਵਾਇਰਸ ਜਿਹੜਾ ਅਟੈਕ ਕਰ ਜਾਂਦਾ ਹੈਗਾ ਉਹਨੂੰ ਕੀ ਕਰਦਾ ਹੈਗਾ ਵਾ, ਤੁਹਾਨੂੰ ਤੁਹਾਡੇ ਕੰਪਿਊਟਰ ਨੂੰ ਉਹਦੇ ਤੋਂ ਪ੍ਰੋਟੈਕਟ ਕਰਦਾ ਹੈਗਾ। ਹੁਣ ਇੱਕ ਕੰਪਿਊਟਰ ਵਾਇਰਸ ਕੀ ਹੈਗਾ, ਕੰਪਿਊਟਰ ਵਾਇਰਸ ਕੀ ਹੈਗਾ, ਇੱਕ ਪ੍ਰੋਗਰਾਮ ਹੈਗਾ ਜੋ ਤੁਹਾਡੇ ਰੈਪਲੀਕੇਟ ਇਟ ਸੈਲਫ ਐਂਡ ਆਲਸੋ ਮੇਕ ਦਾ ਕੰਪਿਊਟਰ ਸਿਸਟਮ ਬਿਹੇਵ ਅਬਨੋਰਮਲੀ ਜੀ। ਠੀਕ ਹੈ, ਇਹ ਤੁਹਾਡੇ ਕੰਪਿਊਟਰ ਵਿੱਚ ਆਟੋਮੈਟਿਕਲੀ ਜਿਹੜਾ ਹੈਗਾ ਵਾ ਉਹ ਗਾਰ ਕਰ ਜਾਂਦਾ ਹੈਗਾ। ਠੀਕ ਹੈ, ਆਟੋਮੈਟਿਕਲੀ ਕੰਪਿਊਟਰ ਦੇ ਵਿੱਚ ਆ ਜਾਂਦਾ ਹੈਗਾ ਅਤੇ ਤੁਹਾਡਾ ਉਹਦੇ ਨਾਲ ਕੰਪਿਊਟਰ ਜਿਹੜਾ ਹੈਗਾ ਵਾ ਉਹ ਐਬਨੋਰਮਲੀ ਵਰਕ ਕਰਨਾ ਸਟਾਰਟ ਕਰ ਦਿੰਦਾ, ਬੈਸਟ ਵੇ ਦੇ ਨਾਲ ਵਰਕ ਨਹੀਂ ਕਰ ਪਾਉਂਦਾ। ਵੈਨ ਸਿਸਟਮ ਗੈਟ ਇਨਫੈਕਟਡ ਯੂ ਮੇ ਸੀ ਅਨਵਾਂਟਡ ਮੈਸੇਜ। ਠੀਕ ਹੈ, ਇਹਦੇ ਨਾਲ ਤੁਹਾਡੇ ਕੰਪਿਊਟਰ 'ਤੇ ਕੁਝ ਅਨਵਾਂਟਡ ਮੈਸੇਜ ਆਉਂਦੇ ਜਾਂਦੇ ਆ, ਤੁਹਾਨੂੰ ਪਤਾ ਲੱਗ ਜਾਂਦਾ ਕਿ ਸਾਡੇ ਕੰਪਿਊਟਰ ਵਿੱਚ ਸਾਡੇ ਫੋਨ ਵਿੱਚ ਵਾਇਰਸ ਜਿਹੜਾ ਉਹ ਆ ਗਿਆ। ਠੀਕ ਹੈ, ਸਮ ਵਾਇਰਸ ਮੇ ਹੈਵ ਯੂਅਰ ਸਿਸਟਮ ਐਂਡ ਸਮ ਮੇ ਚੇਂਜ ਦਾ ਫੰਕਸ਼ਨਿੰਗ। ਕੁਝ ਵਾਇਰਸ ਇਸ ਤਰ੍ਹਾਂ ਦਿੰਦੇ ਜੋ ਤੁਹਾਡੇ ਆਪਰੇਟਿੰਗ ਸਿਸਟਮ ਦੀ ਸਾਰੀ ਫੰਕਸ਼ਨਿੰਗ ਨੂੰ ਵੀ ਚੇਂਜ ਕਰ ਦਿੰਦੇ ਆ, ਸਾਰੇ ਫੰਕਸ਼ਨਿੰਗ ਨੂੰ ਵੀ ਐਬਨੋਰਮਲ ਕਰ ਦਿੰਦੇ ਆ। ਠੀਕ ਹੈ, ਹੁਣ ਦੇਖੋ ਕੁਝ ਡਿਫਰੈਂਟ ਫਾਰਮ ਇਲੈਕਟ੍ਰੋਨਿਕ ਇਨਫੈਕਸ਼ਨ। ਹੁਣ ਵੇਖੋ ਤੁਹਾਡੇ ਕੁਝ ਇਲੈਕਟ੍ਰੋਨਿਕ ਇਨਫੈਕਸ਼ਨ ਹੈਗੇ ਜਿਸ ਤਰ੍ਹਾਂ ਤੁਸੀਂ ਕੰਪਿਊਟਰ ਦੇ ਵਿੱਚ ਤੁਹਾਡੇ ਜਾਂ ਤੁਹਾਡੇ ਫੋਨ ਦੇ ਵਿੱਚ ਕੋਈ ਵਾਇਰਸ ਜਿਹੜੇ ਐਂਟਰ ਹੋ ਜਾਂਦੇ ਆ। ਠੀਕ ਹੈ, ਹੁਣ ਦੇਖੋ ਉਹ ਕਿਹੜੀਆਂ ਇਨਫੈਕਸ਼ਨਸ ਹੈਗੀਆਂ। ਫਸਟ ਹੈਗਾ ਵਾਇਰਸ। ਵਾਇਰਸ ਕੀ ਹੈਗਾ, ਇੱਕ ਸੋਫਟਵੇਅਰ ਹੈਗਾ। ਠੀਕ ਹੈ, ਔਰ ਜੋ ਤੁਹਾਡੇ ਕੰਪਿਊਟਰ ਵਿੱਚ ਜਦੋਂ ਆ ਜਾਂਦਾ ਹੈਗਾ, ਠੀਕ ਹੈ, ਆਟੋਮੈਟਿਕਲੀ ਸਾਰੀਆਂ ਫਾਈਲਸ ਦੇ ਵਿੱਚ ਕੀ ਅਟੈਚ ਹੁੰਦਾ ਜਾਂਦਾ, ਜਿਹਦੇ ਨਾਲ ਤੁਹਾਡੇ ਕੰਪਿਊਟਰ ਦੀ ਜਿਹੜੀ ਪਰਫੋਰਮੈਂਸ ਜਿਹੜੀ ਉਹ ਬਹੁਤ ਵੀਕ ਹੋ ਜਾਂਦੀ ਹੈ। ਇਸ ਟਾਈਮ ਸਪਰੈਡਸ਼ੀਟ ਪ੍ਰੋਗਰਾਮ ਰਹਿੰਦਾ ਵਾਇਰਸ ਰਨ ਟੂ। ਜਦੋਂ ਵੀ ਤੁਸੀਂ ਕੋਈ ਵੀ ਪ੍ਰੋਗਰਾਮ ਜਿਹੜਾ ਵਾ ਕੋਈ ਸਪਰੈਡਸ਼ੀਟ ਪ੍ਰੋਗਰਾਮ ਜਿਹੜਾ ਵਾ ਉਹਨੂੰ ਰਨ ਕਰਨ ਦੀ ਕੋਸ਼ਿਸ਼ ਕਰਦੇ ਜੇ ਅਤੇ ਉਹਦੇ ਨਾਲ ਤੁਹਾਡਾ ਵਾਇਰਸ ਜਿਹੜਾ ਹੈਗਾ ਵਾ ਉਹ ਡਿਫਰੈਂਟ ਫਾਈਲਸ ਦੇ ਵਿੱਚ ਜਿਹੜਾ ਵਾ ਆਟੋਮੈਟਿਕਲੀ ਜਿਹੜਾ ਵਾ ਉਹ ਰਨ ਹੁੰਦਾ ਜਾਂਦਾ ਹੈ। ਠੀਕ ਹੈ, ਇਹਦੇ ਨਾਲ ਇਟ ਹੈਜ਼ ਦਾ ਚੇਂਜ ਆਫ ਰੀਪਰੋਡਿਊਸ ਟੂ ਕ੍ਰੀਏਟ ਹੈਵੋਕ। ਇਹਦੇ ਨਾਲ ਤੁਹਾਡੇ ਸਿਸਟਮ ਦੇ ਵਿੱਚ ਬਹੁਤ ਸਾਰਾ ਜਿਹੜਾ ਹੈਗਾ ਵਾ ਉਹ ਹੈਵੋਕ ਜਿਹੜਾ ਡਾਟਾ ਉਹ ਕ੍ਰੀਏਟ ਹੋ ਜਾਂਦਾ ਹੈ। ਠੀਕ ਹੈ, ਔਰ ਈਮੇਲ ਵਾਇਰਸ। ਹੁਣ ਇਹ ਕੋਈ ਈਮੇਲ ਵਾਇਰਸ ਕੀ ਹੁੰਦਾ ਹੈ, ਵਾਇਰਸ ਉਹ ਯੂਜ਼ਲੀ ਰੈਪਲੀਕੇਟ ਇਟ ਸੈਲਫ ਆਟੋਮੈਟਿਕਲੀ ਡਜ਼ਨ ਆਫ ਪੀਪਲ ਦਾ ਵਿਕਟਮ ਆਫ ਈਮੇਲ ਐਡਰੈਸ। ਠੀਕ ਹੈ, ਹੁਣ ਦੇਖੋ ਕੋਈ ਪਰਸਨ ਹੈਗਾ ਤੁਸੀਂ ਤੁਹਾਡਾ ਤੁਹਾਨੂੰ ਉਹਨੇ ਈਮੇਲ ਸੈਂਡ ਕਰਨੀ ਹੈਗੀ ਹੈ। ਠੀਕ ਹੈ, ਉਹਦੇ ਕੋਲ ਤੁਹਾਡਾ ਆਲਰੇਡੀ ਈਮੇਲ ਐਡਰੈਸ ਹੈਗਾ। ਜਦੋਂ ਵੀ ਤੁਹਾਨੂੰ ਕੋਈ ਈਮੇਲ ਕਰਦਾ, ਜੋ ਵੀ ਉਹਦੇ ਕੰਪਿਊਟਰ ਵਿੱਚ ਵਾਇਰਸ ਹੈਗਾ ਉਹ ਈਮੇਲ ਦੇ ਨਾਲ ਅਟੈਚ ਹੋ ਕੇ ਤੁਹਾਡੇ ਕੰਪਿਊਟਰ ਵਿੱਚ ਵੀ ਐਂਟਰ ਕਰ ਜਾਂਦਾ। ਠੀਕ ਹੈ, ਹੁਣ ਦੇਖੋ ਵਰਮ ਕੀ ਹੁੰਦਾ, ਜਿਵੇਂ ਆਪਾਂ ਕਹਿੰਦੇ ਵਰਮ ਕੀ ਇੱਕ ਕੀੜਾ। ਠੀਕ ਹੈ, ਇਹਨੂੰ ਇੱਕ ਵਾਇਰਸ ਦਾ ਨੇਮ ਦਿੱਤਾ ਹੈਗਾ ਨਾ ਕਿ ਵਰਮ ਕੀ ਹੈਗਾ, ਸਮੋਲ ਇੱਕ ਛੋਟਾ ਜਿਹਾ ਸੋਫਟਵੇਅਰ ਹੈਗਾ। ਠੀਕ ਹੈ, ਐਂਡ ਨੈਟਵਰਕ ਸਿਕਿਉਰਿਟੀ ਹੋਲਡ ਟੂ ਰੈਪਲੀਕੇਟ। ਇਹ ਜਦੋਂ ਸਾਡੇ ਕੰਪਿਊਟਰ 'ਚ ਇੱਕ ਵਾਰੀ ਐਂਟਰ ਕਰ ਜਾਂਦਾ ਹੈ ਆਟੋਮੈਟਿਕਲੀ ਜਿਹੜੀਆਂ ਸਾਰੀਆਂ ਫਾਈਲਸ ਦੇ ਵਿੱਚ ਉਹ ਰੈਪਲੀਕੇਟ ਕਰਦਾ ਜਾਂਦਾ ਹੈ, ਆਟੋਮੈਟਿਕਲੀ ਸਾਰੀਆਂ ਫਾਈਲ ਦੇ ਵਿੱਚ ਉਹ ਆ ਜਾਂਦਾ ਹੈ। ਠੀਕ ਹੈ, ਇਹਦੇ ਨਾਲ ਕਾਪੀ ਆਫ ਦਾ ਵਰਮ ਸਕੈਨ ਦਾ ਨੈਟਵਰਕ ਐਂਡ ਅਦਰ ਮਸ਼ੀਨ ਐਂਡ ਸਪੈਸੀਫਿਕ ਸਿਕਿਉਰਿਟੀ ਹੋਲ। ਠੀਕ ਹੈ, ਜਦੋਂ ਇੱਕ ਕੰਪਿਊਟਰ ਇਹ ਜ਼ਿਆਦਾਤਰ ਨੈਟਵਰਕਿੰਗ ਦੇ ਥਰੂ ਫੈਲਦਾ ਹੈਗਾ। ਠੀਕ ਹੈ, ਹੁਣ ਦੇਖੋ ਇੱਕ ਨੈਟਵਰਕ ਦੇ ਨਾਲ ਸਾਰੇ ਕੰਪਿਊਟਰ ਕਨੈਕਟ ਹੁੰਦੇ ਆ। ਜਦੋਂ ਇੱਕ ਫਸਟ ਸਾਡੇ ਕੰਪਿਊਟਰ ਵਿੱਚ ਹੀ ਉਹ ਵਾਇਰਸ ਆ ਜਾਂਦਾ ਹੈਗਾ ਅਤੇ ਆਟੋਮੈਟਿਕਲੀ ਜਿੰਨੇ ਵੀ ਇਹਦੇ ਨਾਲ ਕੰਪਿਊਟਰ ਕਨੈਕਟ ਹੁੰਦੇ ਆ ਉਹ ਸਾਰਿਆਂ ਦੇ ਵਿੱਚ ਜਿਹੜੇ ਆਪਣੀ ਹੋਲ ਕਰ ਦਿੰਦਾ, ਸਾਰਿਆਂ ਦੇ ਵਿੱਚ ਉਹ ਜਿਹੜਾ ਵਾ ਉਹ ਹੌਲੀ ਹੌਲੀ ਐਂਟਰ ਕਰਦਾ ਜਾਂਦਾ ਹੈ। ਠੀਕ ਹੈ, ਐਂਡ ਟਰੋਜਨ ਹਾਰਸ। ਟਰੋਜਨ ਹਾਰਸ ਕਿਹੜਾ, ਇਹ ਵੀ ਇੱਕ ਕੰਪਿਊਟਰ ਪ੍ਰੋਗਰਾਮ ਹੈਗਾ। ਠੀਕ ਹੈ, ਕਲਮ ਡੂ ਵਨ ਥਿੰਗ ਬਟ ਇਨਸਟੇਡ ਡਜ਼ ਡੈਮੇਜ ਵੈਨ ਯੂ ਰਨ ਇਟ। ਟਰੋਜਨ ਹਾਰਸ ਨਾਟ ਰੈਪਲੀਕੇਟ ਆਟੋਮੈਟਿਕਲੀ ਰੈਪਲੀਕੇਟ ਨਹੀਂ ਕਰਦਾ, ਬਸ ਇੱਕ ਵਾਰੀ ਤੁਹਾਡੇ ਕੰਪਿਊਟਰ ਜਿੱਥੇ ਆ ਜਾਂਦਾ ਉੱਥੇ ਆਪਣੀ ਜਗ੍ਹਾ ਜਿਹੜੀ ਬਣਾ ਕੇ ਬੈਠਾ ਰਹਿੰਦਾ ਹੈ। ਠੀਕ ਹੈ, ਐਂਡ ਕੰਪਿਊਟਰ ਵਾਇਰਸ ਨੂੰ ਅਸੀਂ ਡਿਫਰੈਂਟ ਕੈਟੇਗਰੀਜ਼ ਦੇ ਵਿੱਚ ਅੱਗੇ ਡਿਵਾਈਡ ਕਰ ਸਕਦੇ ਹਾਂ, ਜਿਵੇਂ ਕੌਮ ਇਨਫੈਕਟਰ। ਹੁਣ ਦੇਖੋ ਕੌਮ ਇਨਫੈਕਟਰ ਕਿਹੜੇ ਹੁੰਦੇ ਆ, ਜਿਹੜੇ ਕੰਪਿਊਟਰ ਜਿਹੜੇ ਸਿੰਪਲਿਸਟ ਆਫ ਆਲ ਕੰਪਿਊਟਰ ਵਾਇਰਸ ਦਾ ਵਾਇਰਸ ਵੈਰੀ ਸਮਾਲ ਕੰਪਰਾਈਜ਼ਿੰਗ 264 ਬਾਈਟ ਆਫ ਮਸ਼ੀਨ ਲੈਂਗੁਏਜ ਇੰਸਟਰਕਸ਼ਨ ਸਿੰਸਿਟੀ ਅਟੈਕ ਕੌਮ ਫਾਈਲ ਇਨ ਦਾ ਕਰੰਟ ਡਾਇਰੈਕਟਰੀ ਇਟ ਹੈਜ਼ ਹਾਰਡ ਟਾਈਮ ਪ੍ਰੋਲੀਫਰੇਟਿੰਗ। ਠੀਕ ਹੈ, ਹੁਣ ਦੇਖੋ ਜਿਹੜੇ ਕੌਮ ਇਨਫੈਕਟਰ ਹੁੰਦੇ ਆ ਇੱਕ ਇਹ ਵੀ ਸਿੰਪਲ ਇੱਕ ਵਾਇਰਸ ਹੈਗਾ। ਠੀਕ ਹੈ, ਇਹ ਵਾਇਰਸ ਕੀ ਹੁੰਦਾ ਹੈ, ਇੱਕ ਛੋਟਾ ਜਿਹਾ ਵਾਇਰਸ ਜੋ ਠੀਕ 64 ਬਾਈਟਸ ਜਿਹੜੀਆਂ ਮਸ਼ੀਨਸ ਹੈਗੀਆਂ ਉਹਨਾਂ ਨੂੰ ਹੀ ਇਹ
ਉਹਨਾਂ ਦੇ ਵਿੱਚ ਹੀ ਇਹ ਰੈਪਲੀਕੇਟ ਕਰਦਾ ਹੈਗਾ। ਠੀਕ ਹੈ, ਇਹ ਜਿਹੜਾ ਵਾਇਰਸ ਹੈਗਾ ਸਿਰਫ ਕਿਹੜੀਆਂ ਫਾਈਲਸ ਨੂੰ ਅਟੈਕ ਕਰਦਾ ਹੈਗਾ, ਓਨਲੀ ਕੌਮ ਫਾਈਲ। ਜਿਵੇਂ ਆਪਾਂ ਆਪਣੀਆਂ ਫਾਈਲਸ ਹੁੰਦੀਆਂ ਨਾ, ਕੋਈ ਵੀ ਫਾਈਲ ਸਟੋਰ ਕਰਦੇ ਹਾਂ .com ਦੇ ਨਾਲ ਜਿਹੜੀਆਂ ਫਾਈਲਸ ਹੁੰਦੀਆਂ, ਠੀਕ ਹੈ, ਉਹ ਸਾਰੀਆਂ ਫਾਈਲਸ ਨੂੰ ਇਨਫੈਕਟ ਕਰਦਾ ਹੈਗਾ, ਕੌਮ ਇਨਫੈਕਟਰ। ਹੁਣ ਜਿਹੜਾ EXE ਹੈਗਾ ਵਾ, ਇਹ ਜਿਹੜਾ ਹੈਗਾ ਵਾ ਇਹ ਜੰਪ ਫਰੋਮ ਡਾਇਰੈਕਟਰੀ ਟੂ ਡਾਇਰੈਕਟਰੀ ਐਂਡ ਡਰਾਈਵ ਟੂ ਡਰਾਈਵ। ਠੀਕ ਹੈ, ਜਦੋਂ ਇੱਕ ਡਾਇਰੈਕਟਰੀ ਦੇ ਵਿੱਚ ਜਾਂ ਇੱਕ ਡਰਾਈਵ ਦੇ ਵਿੱਚ ਆਟੋਮੈਟਿਕਲੀ ਇਹ ਜਿੰਨੀਆਂ ਵੀ .exe ਫਾਈਲਸ ਹੁੰਦੀਆਂ, ਹਰ ਫਾਈਲਸ ਨੂੰ ਜਿਹੜਾ ਹੈਗਾ ਵਾ ਉਹ ਇੰਟੈਕਟ ਕਰਦਾ, ਹਰ ਫਾਈਲ ਨੂੰ ਜਿਹੜਾ ਹੈਗਾ ਵਾ ਉਹਦੇ ਥਰੂ ਉਹਦੇ ਉੱਪਰ ਜਾ ਕੇ ਉਹ ਚੀਜ਼ ਨੂੰ ਖਤਮ ਕਰਨ ਦੀ ਕੋਸ਼ਿਸ਼ ਕਰਦਾ ਹੈਗਾ। ਜਿੰਨੀਆਂ ਵੀ EXE ਫਾਈਲਸ ਹੈਗੀਆਂ ਵਾ ਉਸ ਹਰ ਫਾਈਲ ਨੂੰ ਕੀ ਕਰਦਾ, ਇਨਫੈਕਟ ਕਰਦਾ EXE। ਹੁਣ ਵੇਖੋ ਬੂਟ ਸੈਕਟਰ ਬੂਟਿੰਗ ਕੀ ਹੁੰਦਾ, ਵੇਖੋ ਬੂਟਿੰਗ ਕੀ ਹੁੰਦਾ, ਸਾਡਾ ਕੰਪਿਊਟਰ ਦਾ ਜੋ ਸਟਾਰਟਿੰਗ ਪ੍ਰੋਸੈਸ ਹੁੰਦਾ। ਠੀਕ ਹੈ, ਜਦੋਂ ਅਸੀਂ ਕੰਪਿਊਟਰ ਔਨ ਕਰਦੇ, ਜੋ ਸਟਾਰਟਿੰਗ ਜਿਹੜੀ ਡਾਊਨਲੋਡਿੰਗ ਹੋ ਰਹੀ ਹੁੰਦੀ, ਇਹਨੂੰ ਅਸੀਂ ਕੀ ਬੋਲਦੇ ਹੈਗੇ ਆ, ਬੂਟਿੰਗ। ਹੁਣ ਇੱਕ ਬੂਟ ਸੈਕਟਰ ਵਾਇਰਸ ਜਿਹੜਾ ਹੈਗਾ ਸਿੰਪਲਿਸਟ ਔਰ ਮੋਸਟ ਸੋਫਿਸਟੀਕੇਟਡ ਆਲ ਕੰਪਿਊਟਰ ਵਾਇਰਸ। ਠੀਕ ਹੈ, ਹੁਣ ਇੱਕ ਬਹੁਤ ਹੀ ਸੋਫਿਸਟੀਕੇਟਡ ਜਿਹੜਾ ਵਾਇਰਸ ਹੈਗਾ। ਠੀਕ ਹੈ, ਹੁਣ ਵੇਖੋ ਸੈਕਟਰ ਇਜ਼ ਆਲਵੇਜ਼ ਲੋਕੇਟਡ ਇਨ ਵੈਰੀ ਸਪੈਸੀਫਿਕ ਪਲੇਸ ਇਨ ਡਿਸਕ। ਹੁਣ ਵੇਖੋ ਜਿਹੜੀ ਬੂਟ ਸੈਕਟਰ ਹੁੰਦਾ ਆ, ਇਹ ਡਿਸਕ ਦਾ ਇੱਕ ਸਪੈਸੀਫਿਕ ਪਾਰਟ ਹੈਗਾ। ਠੀਕ ਹੈ, ਇਹਦੇ ਥਰੂ ਸਾਡਾ ਕੰਪਿਊਟਰ ਜਿਹੜਾ ਔਨ ਹੁੰਦਾ। ਠੀਕ ਹੈ, ਹੁਣ ਦੇਖੋ ਬੂਟ ਸੈਕਟਰ ਇਜ਼ ਦਾ ਫਸਟ ਕੋਡ ਟੂ ਗੇਨ ਕੰਟਰੋਲ ਰੋਮ ਸਟਾਰਟਅਪ ਕੋਡ। ਇਟ ਇਜ਼ ਵੈਰੀ ਡਿਫੀਕਲਟ ਟੂ ਸਟੋਪ ਬਿਫੋਰ ਇਟ ਲੋਡ। ਠੀਕ ਹੈ, ਹੁਣ ਦੇਖੋ ਜਦੋਂ ਵੀ ਸਾਡੀ ਰੋਮ ਜਦੋਂ ਵੀ ਅਸੀਂ ਸਟਾਰਟ ਕਰਦੇ ਹਾਂ ਉਦੋਂ ਕੀ ਹੁੰਦਾ, ਰੋਮ ਜਿਹੜਾ ਹੁੰਦਾ ਆਪਰੇਟਿੰਗ ਸਿਸਟਮ ਵਿੱਚ ਲੋਡ ਹੋ ਰਿਹਾ ਹੁੰਦਾ। ਠੀਕ ਹੈ, ਜਦੋਂ ਇਹ ਵਾਲਾ ਵਾਇਰਸ ਜਿਹੜਾ ਹੈਗਾ ਵਾ ਉਹ ਅਟੈਕ ਕਰ ਜਾਂਦਾ ਹੈਗਾ, ਤੇ ਇਹਨੂੰ ਤੁਸੀਂ ਬੜੀ ਹੀ ਮੁਸ਼ਕਿਲ ਵੇ ਦੇ ਡਿਫੀਕਲਟ ਵੇਜ਼ ਦੇ ਨਾਲ ਇਹਨੂੰ ਸਟਾਪ ਕਰ ਸਕਦੇ ਜਦੋਂ ਇੱਕ ਵਾਰੀ ਸਾਡੇ ਸਿਸਟਮ ਵਿੱਚ ਇਹ ਲੋਡ ਹੋ ਜਾਂਦਾ ਹੈ। ਠੀਕ ਹੈ, ਹੁਣ ਦੇਖੋ ਕੰਪਰੈਸ਼ਨ ਯੂਟਿਲਿਟੀ ਕੀ ਹੈਗਾ, ਕੰਪਰੈਸ ਦਾ ਡਿਸਕ ਸਟੋਰ ਡਾਟਾ ਐਂਡ ਲਾਰਜ ਫਾਈਲ ਇਨ ਲੈਸ ਸਪੇਸ। ਹੁਣ ਦੇਖੋ ਤੁਹਾਡੇ ਕੋਲ ਬਹੁਤ ਜ਼ਿਆਦਾ ਡਾਟਾ ਹੈਗਾ, ਤੁਸੀਂ ਇਹਨੂੰ ਲੈਸ ਸਪੇਸ ਦੇ ਵਿੱਚ ਸਟੋਰ ਕਰਨਾ ਚਾਹੁੰਦੇ ਜੇ। ਠੀਕ ਹੈ, ਹੁਣ ਇਹਨੂੰ ਲੈਸ ਸਪੇਸ ਵਿੱਚ ਸਟੋਰ ਕਰਨ ਲਈ ਸਾਡਾ ਇੱਕ ਯੂਟਿਲਿਟੀ ਸਾਡੀ ਹੈਲਪ ਕਰਦਾ ਹੈਗਾ, ਕੰਪਰੈਸ਼ਨ ਯੂਟਿਲਿਟੀ। ਕੰਪਰੈਸ਼ਨ ਮੀਨ ਹੁੰਦਾ ਕੰਪਰੈਸ ਕਰਨਾ, ਫਾਈਲ ਨੂੰ ਛੋਟੀ ਕਰ ਦੇਣਾ ਔਰ ਘੱਟ ਸਪੇਸ ਦੇ ਵਿੱਚ ਚੀਜ਼ ਨੂੰ ਸਟੋਰ ਕਰ ਲੈਣਾ। ਠੀਕ ਹੈ, ਕੰਪਰੈਸ ਡਿਸਕ enable to store more data than storage capacity. File compression utility used to compress large files so they can store in less storage area. ਠੀਕ ਹੈ, ਲਾਰਜ ਫਾਈਲ ਨੂੰ ਕੰਪਰੈਸ ਕਰ ਦੇਣਾ ਔਰ ਲੈਸ ਸਟੋਰੇਜ ਦੇ ਵਿੱਚ ਸਟੋਰੇਜ ਦੇ ਏਰੀਆ ਦੇ ਵਿੱਚ ਉਹ ਚੀਜ਼ ਨੂੰ ਸਟੋਰ ਕਰਨਾ। Compressed file cannot be used directly because it needs to expand back to its original form in MS Window Compact utility used to compress। ਹੁਣ ਦੇਖੋ ਜਿਹੜੀ ਕੰਪਰੈਸ ਹੈਗੀ ਤੁਸੀਂ ਇਹਨੂੰ ਡਾਇਰੈਕਟ ਨਹੀਂ ਕਰ ਸਕਦੇ, ਇਹਦੇ ਲਈ ਤੁਹਾਨੂੰ ਕੀ ਹੈਗਾ, ਬੈਕ ਓਰੀਜਨਲ ਫਾਰਮ ਦੇ ਵਿੱਚ ਜਾ ਕੇ ਤੁਸੀਂ ਚੀਜ਼ ਨੂੰ ਕੰਪਰੈਸ ਕਰ ਸਕਦੇ। ਫੋਰ ਐਗਜ਼ਾਮਪਲ ਸਾਡਾ ਸਕੂਲ ਬੈਗ ਹੈਗਾ। ਠੀਕ ਹੈ, ਹੁਣ ਦੇਖੋ ਤੁਸੀਂ ਉਹਦੇ 'ਚ ਬੁੱਕਸ ਜਿਹੜੀਆਂ ਹੈਗੀਆਂ ਵਾ ਉਹਨਾਂ ਨੂੰ ਇੱਕ ਸੀਕੁਐਂਸ ਦੇ ਵਿੱਚ ਰੱਖੋਗੇ ਅਤੇ ਤੁਹਾਨੂੰ ਜ਼ਿਆਦਾ ਸਪੇਸ ਜਿਹੜੀ ਉਹ ਮਿਲ ਜਾਏਗੀ, ਤੁਸੀਂ ਜ਼ਿਆਦਾ ਬੁੱਕਸ ਜਿਹੜੀਆਂ ਸਟੋਰ ਕਰ ਸਕਦੇ। ਹੁਣ ਜੇਕਰ ਤੁਸੀਂ ਉਸੇ ਬੈਗ ਦੇ ਵਿੱਚ ਵੈਸੇ ਬੁੱਕਸ ਨੂੰ ਸੁੱਟੀ ਜਾਓਗੇ ਤਾਂ ਉਹਦੇ ਨਾਲ ਕੀ ਹੈਗਾ, ਉਹ ਤੁਹਾਡੀ ਸਪੇਸ ਜਿਹੜੀ ਉਹ ਜ਼ਿਆਦਾ ਲੈ ਲਏਗੀ ਅਤੇ ਤੁਹਾਡੀਆਂ ਜਿਹੜੀਆਂ ਘੱਟ ਤੋਂ ਘੱਟ ਬੁੱਕਸ ਤੁਸੀਂ ਆਪਣੇ ਬੈਗ ਵਿੱਚ ਸਟੋਰ ਕਰ ਸਕਦੇ। ਠੀਕ ਹੈ, ਇਹਨੂੰ ਬੋਲਦੇ ਹੈਗੇ ਕੰਪਰੈਸ਼ਨ ਯੂਟਿਲਿਟੀ ਸੋਫਟਵੇਅਰ। ਹੁਣ ਦੇਖੋ ਫਾਈਲ ਮੈਨੇਜਰ। ਹੁਣ ਫਾਈਲ ਮੈਨੇਜਰ ਕਿਹੜਾ ਸੋਫਟਵੇਅਰ ਹੈਗਾ, ਇਹ ਸਾਨੂੰ ਫੈਸਿਲਿਟੀ ਕੀ ਪ੍ਰੋਵਾਈਡ ਕਰਦਾ, ਇਹਦੇ ਥਰੂ ਤੁਸੀਂ ਕੀ ਕਰ ਸਕਦੇ, ਕ੍ਰੀਏਟ ਕਾਪੀ ਅਪਡੇਟ ਡਿਲੀਟ ਫਾਈਲ। ਤੁਸੀਂ ਵੀ ਕੋਈ ਫਾਈਲ ਕ੍ਰੀਏਟ ਕਰਨੀ ਹੈਗੀ ਆ, ਕੋਈ ਫਾਈਲ ਕਾਪੀ ਕਰਨੀ ਹੈਗੀ, ਡਿਲੀਟ ਕਰਨੀ ਹੈਗੀ, ਅਪਡੇਟ ਕਰਨੀ ਹੈਗੀ ਆ, ਅਤੇ ਇਹ ਤੁਹਾਨੂੰ ਸਾਰੀਆਂ ਫੈਸਿਲਿਟੀ ਜਿਹੜੀਆਂ ਫਾਈਲ ਮੈਨੇਜਰ ਜਿਹੜਾ ਯੂਟਿਲਿਟੀ ਸੋਫਟਵੇਅਰ ਇਹਦੇ ਥਰੂ ਪ੍ਰੋਵਾਈਡ ਹੁੰਦੀਆਂ। ਠੀਕ ਹੈ, ਹੁਣ ਦੇਖੋ ਨੈਕਸਟ ਹੈਗਾ ਸਾਡੇ ਕੋਲ ਇਨਕ੍ਰਿਪਸ਼ਨ ਐਂਡ ਡਿਕ੍ਰਿਪਸ਼ਨ। ਹੁਣ ਦੇਖੋ ਇਨਕ੍ਰਿਪਸ਼ਨ ਕੀ ਹੁੰਦਾ, ਇਨਕ੍ਰਿਪਸ਼ਨ ਪ੍ਰੋਸੈਸ ਆਫ ਕਨਵਰਟਿੰਗ ਡਾਟਾ ਇਨ ਸਚ ਅ ਫਾਰਮ ਕੈਨ ਨਾਟ ਬੀ ਈਜ਼ਲੀ ਅੰਡਰਸਟੂਡ ਬਾਏ ਅਨਆਥੋਰਾਈਜ਼ਡ ਪੀਪਲ। ਠੀਕ ਹੈ, ਇਨਕ੍ਰਿਪਸ਼ਨ ਡਾਟਾ ਕੀ ਹੁੰਦਾ, ਜੋ ਮਸ਼ੀਨ ਲੈਂਗੁਏਜ ਦੇ ਵਿੱਚ ਹੁੰਦਾ। ਠੀਕ ਹੈ, ਇਹਨੂੰ ਕੋਈ ਵੀ ਅਨਆਥੋਰਾਈਜ਼ਡ ਜਿਹੜਾ ਪਰਸਨ ਹੈਗਾ, ਜਿਵੇਂ ਵੇਖੋ ਆਪਾਂ ਇੱਕ ਪਾਸਵਰਡ ਲਗਾ ਲੈਂਦੇ ਹਾਂ, ਪਾਸਵਰਡ ਕੀ ਹੈਗਾ, ਸਾਡਾ ਇਨਕ੍ਰਿਪਟ ਡਾਟਾ ਹੈਗਾ। ਠੀਕ ਹੈ, ਹੁਣ ਦੇਖੋ ਕੋਈ ਵੀ ਪਰਸਨ ਜਿਹੜਾ ਉਹਨੂੰ ਈਜ਼ਲੀ ਜਿਹੜਾ ਉਹ ਸਮਝ ਨਹੀਂ ਸਕਦਾ, ਕਿਉਂਕਿ ਸਟਾਰਸ ਦੇ ਵਿੱਚ ਡੋਟਸ ਦੇ ਵਿੱਚ ਹੁੰਦਾ, ਇੱਕ ਇਨਕ੍ਰਿਪਟ ਫਾਰਮ ਦੇ ਵਿੱਚ ਹੁੰਦਾ ਹੈ। ਠੀਕ ਹੈ, ਜਿਹਨੂੰ ਹਰ ਪਰਸਨ ਜਿਹੜਾ ਈਜ਼ਲੀ ਅੰਡਰਸਟੈਂਡ ਨਹੀਂ ਕਰ ਸਕਦਾ। ਅਨਆਥੋਰਾਈਜ਼ਡ ਪੀਪਲ, ਅਨਆਥੋਰਾਈਜ਼ਡ ਮੀਨ ਕਿ ਜਿਨ੍ਹਾਂ ਨੂੰ ਅਸੀਂ ਆਪਣੀ ਚੀਜ਼ ਜਿਹੜੀ ਉਹ ਸ਼ੋਅ ਨਹੀਂ ਕਰਨਾ ਚਾਹੁੰਦੇ, ਈਜ਼ਲੀ ਉਹ ਚੀਜ਼ ਨੂੰ ਅੰਡਰਸਟੈਂਡ ਨਹੀਂ ਕਰ ਸਕਦੇ। ਠੀਕ ਹੈ, ਦਿਸ ਫਾਰਮ ਇਹ ਡਾਟਾ ਨੂੰ ਕਿਹੜਾ ਡਾਟਾ ਬੋਲਦੇ ਹੈਗੇ ਆ, ਸਾਈਫਰ ਟੈਕਸਟ ਬੋਲਦੇ ਹੈਗੇ ਆ। ਠੀਕ ਹੈ, ਹੁਣ ਦੇਖੋ ਡਿਕ੍ਰਿਪਸ਼ਨ ਕੀ ਹੈਗਾ, ਇਜ਼ ਦਾ ਪ੍ਰੋਸੈਸ ਆਫ ਕਨਵਰਟਿੰਗ ਇਨਕ੍ਰਿਪਟਡ ਡਾਟਾ ਇਨਟੂ ਓਰੀਜਨਲ ਫਾਰਮ। ਜਦੋਂ ਅਸੀਂ ਇਨਕ੍ਰਿਪਟਡ ਡਾਟਾ ਨੂੰ ਇੱਕ ਓਰੀਜਨਲ ਫਾਰਮ ਦੇ ਵਿੱਚ ਕੰਪਿਊਟਰ ਲੈਂਗੁਏਜ ਨੂੰ ਅਸੀਂ ਇੱਕ ਹਿਊਮਨ ਲੈਂਗੁਏਜ ਦੇ ਵਿੱਚ ਜੋ ਕਨਵਰਟ ਕਰ ਦਿੰਦੇ ਆ, ਉਹਨੂੰ ਕੀ ਬੋਲਦੇ ਹੈਗੇ ਆ, ਡਿਕ੍ਰਿਪਸ਼ਨ। ਠੀਕ ਹੈ, ਹੁਣ ਦੇਖੋ ਜੋ ਅਸੀਂ ਓਰੀਜਨਲ ਫਾਰਮ ਦੇ ਵਿੱਚ ਸੋ ਇਟ ਕੈਨ ਬੀ ਅੰਡਰਸਟੂਡ ਸਿੰਪਲ ਸਾਈਫਰ include the substitution of letter number the rotation letter in the alphabet। ਠੀਕ ਹੈ, ਤੁਸੀਂ ਕੋਈ ਵੀ ਨੰਬਰਿੰਗ ਜਿਹੜਾ ਹੈਗਾ ਜਿਵੇਂ ਲੈਟਰਸ ਹੈਗੇ ਆ ਉਹਨੂੰ ਐਲਫਾਬੈਟ ਦੇ ਵਿੱਚ ਕਨਵਰਟ ਕਰ ਦਿੰਦੇ ਕਿ ਜੋ ਕਿ ਈਜ਼ਲੀ ਪਰਸਨ ਉਹ ਚੀਜ਼ ਨੂੰ ਅੰਡਰਸਟੈਂਡ ਕਰ ਸਕੇ। ਠੀਕ ਹੈ, ਹੁਣ ਇੱਕ ਇਨਕ੍ਰਿਪਸ਼ਨ ਡਿਕ੍ਰਿਪਸ਼ਨ ਯੂਜ਼ਲੀ ਇੰਪੋਰਟੈਂਟ ਵਾਇਰਲੈਸ, ਇਹ ਦੋਨੋਂ ਵਾਇਰਲੈਸ ਕਮਿਊਨੀਕੇਸ਼ਨ ਹੈਗੇ ਆ। ਵਾਇਰਲੈਸ ਮੀਨ ਕਿ ਜੋ ਅਸੀਂ ਵਿਦਆਊਟ ਵਾਇਰ ਚੀਜ਼ ਨੂੰ ਯੂਜ਼ ਕਰਦੇ ਹੈਗੇ। ਠੀਕ ਹੈ, ਦਿਸ ਇਜ਼ ਬਿਕੋਜ਼ ਵਾਇਰਲੈਸ ਸਰਕਟ ਆਰ ਈਜ਼ੀਅਰ ਟੂ ਟੈਪ ਦੈਨ ਹਾਰਡ wired counterpart, nevertheless
types. Encryption decryption is good idea carrying out any kind of sensitive transactions such as online credit card purchase, discussion company secret between different department in the organization। ਹੁਣ ਦੇਖੋ ਇਹ ਸਾਡੇ ਲਈ ਕਾਹਦੇ ਲਈ ਹੈਲਪ ਕਰਦੇ ਹੈਗੇ ਆ, ਜਿਵੇਂ ਸਾਡੇ ਕ੍ਰੈਡਿਟ ਕਾਰਡਸ ਹੁੰਦੇ ਆ, ਠੀਕ ਆ, ਉਹਨਾਂ ਦਾ ਕੋਡ ਹੁੰਦਾ ਹੈ, ਠੀਕ ਆ, ਹਰ ਚੀਜ਼ ਨੂੰ ਹਾਈਡ ਕਰਨ ਦੀ ਕੋਸ਼ਿਸ਼ ਕਰਦੇ, ਜਿਹਦੇ ਤੁਸੀਂ ਆਪਾਂ ਕੋਈ ਵੀ ਡਾਟਾ ਹੈਗਾ ਵਾ ਉਹ ਜਦੋਂ ਆਪਾਂ ਚੀਜ਼ ਨੂੰ ਕਹਿੰਦੇ ਆ ਕਿ ਸਾਡਾ ਡਾਟਾ ਜਿਹੜਾ ਹੈਗਾ ਸੇਫ ਵੇ ਦੇ ਨਾਲ ਵਨ ਪਲੇਸ ਟੂ ਅਨਦਰ ਪਲੇਸ ਜਿਹੜਾ ਪਹੁੰਚ ਜਾਏ, ਠੀਕ ਹੈ। ਸੋ ਆਪਾਂ ਕੀ ਕਰਦੇ ਹਾਂ ਕਿ ਸੀਕਰੇਟ ਲਗਾ ਦਿੰਦੇ ਹਾਂ, ਠੀਕ ਹੈ। ਉਹ ਸੀਕਰੇਟ ਨੂੰ ਬੋਲਦੇ ਇਨਕ੍ਰਿਪਸ਼ਨ, ਅਤੇ ਜਦੋਂ ਉਹ ਚੀਜ਼ ਨੂੰ ਅਸੀਂ ਦੁਬਾਰਾ ਇੱਕ ਉਸੇ ਫਾਰਮ ਦੇ ਵਿੱਚ ਦੁਬਾਰਾ ਕਨਵਰਟ ਕਰ ਦਿੰਦੇ ਹਾਂ, ਓਰੀਜਨਲ ਫਾਰਮ ਦੇ ਵਿੱਚ ਕਨਵਰਟ ਕਰ ਦਿੰਦੇ ਹਾਂ, ਤਾਂ ਉਹਨੂੰ ਕੀ ਬੋਲਦੇ ਹੈਗੇ ਡਿਕ੍ਰਿਪਸ਼ਨ। ਹੁਣ ਇੱਕ ਬਹੁਤ ਸਾਰੇ ਇਨਕ੍ਰਿਪਸ਼ਨ ਡਿਕ੍ਰਿਪਸ਼ਨ ਜਿਹੜੇ ਸੌਫਟਵੇਅਰ ਦੇ ਉਹਨਾਂ ਨੇ ਨੇਮ ਦਿੱਤੇ ਹੈਗੇ ਜੋ ਮਾਰਕੀਟ ਦੇ ਵਿੱਚ ਅਵੇਲੇਬਲ ਹੈਗੇ, ਤੁਸੀਂ ਇਹਨਾਂ ਨੂੰ ਰੀਡ ਆਊਟ ਕਰ ਲੈਣਾ, ਠੀਕ ਹੈ।